Good afternoon, everyone, and wishing you all a very, very happy Valentine's Day. Well, ਕਿਸੇ ਨੇ ਨਾ ਮਜ਼ਾਕ ਫੇਸਬੁੱਕ ਪੋਸਟ ਤੇ ਲਿਖਿਆ ਅੱਜ ਤਾਂ ਸਾਰੇ ਬਿਜ਼ੀ ਹੋਣਗੇ ਤਾਂ ਤੁਸੀਂ ਅੱਜ ਹੀ ਸੈਮੀਨਾਰ ਕਿਉਂ ਚੁਣਿਆ ਵੈਬੀਨਾਰ ਜਿਹੜਾ ਹੈ ਫੇਸਬੁੱਕ ਲਾਈਵ ਦਾ ਕਿਉਂ ਸਿਲੈਕਟ ਕੀਤਾ। ਮੈਂ ਬੜਾ ਸਿੰਪਲ ਆਨਸਰ ਹੈ, have to earn money, have to ਰੋਜ਼ੀ ਰੋਟੀ ਕਮਾਣੀ ਹੈ ਤੇ ਸੈਮੀਨਾਰ ਨੇੜੇ ਹੈ, ਪ੍ਰਮੋਸ਼ਨ ਨਾਲ ਦੀ ਨਾਲ ਹੋਣੀ ਹੈ। ਵੈਲ ਅੱਜ ਦੇ ਸੈਮੀਨਾਰਸ ਦਾ ਬੜਾ ਛੋਟਾ ਜਿਹਾ ਮੁੱਦਾ ਹੈਗਾ as we discussed last time, the last Facebook live session ਹੋਇਆ ਸੀਗਾ, ਉਸ ਚ ਆਇਆ ਸੀਗਾ that how we can increase our chances of visa ਜਿਹੜੇ ਵੀ ਸਟੂਡੈਂਟ ਅਪਲਾਈ ਕਰਦੇ ਪਏ ਹੈ ਜਾਂ ਕਰ ਚੁੱਕੇ ਨੇ ਔਰ ਐਪਲੀਕੇਸ਼ਨ ਐਮਬੈਸੀ ਚਲਾਉਂਦੇ ਪਏ ਨੇ। ਤਾਂ ਉਹਦੇ ਹੀ in continuation of that I got almost 13 to 14 questions, very interesting questions which I wanted to share with you all, ਕਿਉਂਕਿ ਕਿਤੇ ਨਾ ਕਿਤੇ ਇਹ ਪ੍ਰੋਫਾਈਲ ਜਿਹੜੀਆਂ ਹੁੰਦੀਆਂ ਨੇ ਇੱਕ ਦੂਜੇ ਨਾਲ ਕਨੈਕਟਡ ਹੁੰਦੀਆਂ ਨੇ। ਸਮਵੇਅਰ ਡਾਊਨ ਦਾ ਲਾਈਨ ਜਿੱਥੋਂ ਕਿ ਇੱਕ ਸਟੂਡੈਂਟ ਦੀ ਜਰਨੀ ਸ਼ੁਰੂ ਹੁੰਦੀ ਹੈ ਵੀਜ਼ਾ ਦੀ, ਰੀਫਾਈਲਿੰਗ ਦੀ, ਕੋਰਸ ਸਿਲੈਕਸ਼ਨ ਦੀ, ਕਾਲਜ ਸਿਲੈਕਸ਼ਨ ਦੀ ਐਂਡ ਸੋ ਔਨ। ਸਭ ਤੋਂ ਪਹਿਲਾ ਸਵਾਲ, ਮਾਈ ਸਟੂਡੈਂਟ ਵੀਜ਼ਾ ਗॉट ਰਿਫਿਊਜ਼ਡ ਰੀਸੈਂਟਲੀ and my agent didn't mention in my file that I had also applied for Canada PR and the file is still there. If I apply again, what are the chances of visa? Well, very good question to start with, and very good and informative answer I'll be sharing. Canada ਵਿੱਚ ਇੱਕ term use ਹੁੰਦੀ ਹੈ which is called dual intent. Dual intent, ਦੋ intent ਇੱਕ ਬੰਦੇ ਦੀ। Canada says we welcome dual intent, however, it should not be misleading to each other. ਹੁਣ ਜੇ ਇਸ ਐਪਲੀਕੈਂਟ ਨੇ ਆਪਣੀ ਐਪਲੀਕੇਸ਼ਨ ਕੈਨੇਡਾ PR ਦੀ ਲਾਈ ਹੋਈ ਹੈ ਐਂਡ ਇਹ ਪੈਰਲਲੀ ਸਟੂਡੈਂਟ ਵੀਜ਼ਾ ਵਾਸਤੇ ਅਪਲਾਈ ਕਰਦਾ ਪਿਆ ਹੈ, he or she needs to mention, ਉਹਨਾਂ ਨੇ ਆਪਣੇ ਐਪਲੀਕੇਸ਼ਨ ਦੇ ਵਿੱਚ ਮੈਂਸ਼ਨ ਜ਼ਰੂਰ ਕਰਨਾ ਹੈਗਾ ਸੀਗਾ that ਮੈਂ ਇੱਕ ਐਪਲੀਕੇਸ਼ਨ PR ਦੀ ਲਾਈ ਹੋਈ ਹੈ, it is still in processing with CIC ਤੇ ਨਾਲ ਮੈਂ ਸਟੂਡੈਂਟ ਵੀਜ਼ਾ ਦਾ ਪਲਾਨ ਆਊਟ ਕਰ ਲਿਆ ਹੈਗਾ। It is very much important to keep CIC updated ਜੇ ਕੋਈ parallel file CIC ਦੇ ਵਿੱਚ ਚੱਲਦੀ ਪਈ ਹੈਗੀ ਹੈ। It needs to be informed and it need to be told. ਹੁਣ ਅਗਲਾ ਸਵਾਲ ਜਿਹੜਾ ਹੈਗਾ ਉਹਨਾਂ ਨੇ ਪੁੱਛਿਆ if I apply again, what are the chances of visa? Well, ਸਭ ਤੋਂ ਵੱਡਾ ਸਵਾਲ ਤਾਂ ਇਹ ਹੈਗਾ if you apply again, do you have to mention that your file is running parallelly? The answer is yes. Do not hide anything of this kind of information from the High Commission. ਇਸ ਤੋਂ ਪਹਿਲਾਂ you are lucky enough that ਉਹਨਾਂ ਨੇ ਪਹਿਲਾਂ ਲੱਭ ਕੇ ਤੁਹਾਡੇ ਤੋਂ ਕੁਐਸਚਨ ਨਹੀਂ ਪੁੱਛਿਆ ਜਾਂ ਬੈਨ ਨਹੀਂ ਲਾਇਆ ਜਾਂ ਪ੍ਰੋਫੇਅਰ ਦਾ ਲੈਟਰ ਨਹੀਂ ਆਇਆ। ठीक है, get it straight जब lodgement करोगे please mention that you have already applied for a PR application and all the information ਤੇ ਇਸ file ਦੀ information ਜਿਹੜੇ content ਹੈਗੇ ਨੇ they should be the same as given in the visa file which you have lodged with CIC earlier. ਉਹਨੂੰ ਤੁਸੀਂ ਉਹ ਨਹੀਂ ਕਰਨਾ, that you have to get in sync with that thing ਪਹਿਲੇ ਦਿਨ ਤੋਂ ਹੀ, because ਤੁਹਾਡਾ application ਜਾਂ ਇਹ ਖਰਾਬ ਹੋ ਜਾਊਗਾ ਜਾਂ ਉਹ ਵਾਲਾ ਖਰਾਬ ਹੋ ਜੂ ਔਰ ਦੋਨੋਂ ਹੀ ਖਰਾਬ ਹੋ ਜਾਣਗੇ ਇਨ ਕੇਸ ਵੀਜ਼ਾ ਆਫਿਸਰ ਦੇ ਕੋਲ ਇੱਕ ਕਲੌਜ਼ ਹੁੰਦਾ ਹੈ that the information that you have provided may end up misleading the visa officer, ਉਹ ਤੁਹਾਡਾ ਡਿਸੀਜਨ ਗਲਤ ਦੇ ਦੇਵੇ। ਉਹਨਾਂ ਦੇ ਹਿਸਾਬ ਨਾਲ ਤੁਹਾਡੀ ਇਨਫੋਰਮੇਸ਼ਨ ਵੀਜ਼ਾ ਆਫਿਸਰ ਦੇ ਡਿਸੀਜਨ ਲੈਣ ਦੇ ਉੱਤੇ ਸਹਾਇਕ ਹੁੰਦੀ ਹੈ, ਹੈਲਪਫੁਲ ਹੁੰਦੀ ਹੈ। ਜੇ ਤੁਸੀਂ ਉਹਨੂੰ ਮਿਸਲੀਡ ਕਰਨ ਦੀ ਕੋਸ਼ਿਸ਼ ਕਰੋਗੇ बैन ਤੁਹਾਡਾ लगना है क्योंकि ਉਹਨੇ उस इन्फॉर्मेशन ਤੇ ਰਿਲਾਈ ਕਰਨਾ ਹੈ ਜੋ ਤੁਸੀਂ ਦੇ ਰਹੇ ਹੈਗੇ। So be very careful what you are providing to the visa officer. ਜਿਹੜਾ ਵੀਜ਼ਾ ਫਾਰਮ ਹੈ ਨਾ ਤੁਸੀਂ ਦੇਖਿਆ ਹੋਣਾ ਹੈ ਜਾਂ ਦੇਖੋਗੇ, it's your information which is going to the visa officer for good. ਕਿਸੇ ਨੇ ਬਾਅਦ ਟ੍ਰੇਨਿੰਗ 'ਚ ਮੈਨੂੰ ਦੱਸਿਆ that ਤੁਹਾਡਾ ਇਨਫੋਰਮੇਸ਼ਨ 99 ਸਾਲ ਤੱਕ ਅੰਬੈਸੀ ਪਿਆ ਹੁੰਦਾ, 99 years ਬੰਦਾ ਪੂਰਾ ਹੋ ਜਾਂਦਾ ਬਟ ਇਨਫੋਰਮੇਸ਼ਨ ਉੱਥੇ ਹੀ ਰਹਿੰਦੀ ਹੈਗੀ ਹੈ। ਸੋ ਦੈਟ ਕੇਸ ਇਨਫੋਰਮੇਸ਼ਨ ਜਿਹੜੀ ਵੀਜ਼ਾ ਫਾਰਮ 'ਚ ਜਾ ਰਹੀ ਹੈ ਉਹਨੂੰ ਕੇਅਰਫੁਲੀ ਰਿਵਿਊ ਕਰੋ, ਜਿੱਥੋਂ ਮਰਜ਼ੀ ਅਪਲਾਈ ਕੀਤਾ ਹੋਇਆ ਹੈ, ਸਾਡੇ ਕੋਲੋਂ ਅਪਲਾਈ ਕੀਤਾ ਹੋਇਆ ਹੈ ਔਰ wherever, ਰਿਵਿਊ ਇਟ ਪ੍ਰੋਪਰਲੀ, ਰਿਵਿਊ ਇਟ ਇਨ ਅ ਵੇ ਕਿਉਂਕਿ ਉਹ ਤੁਹਾਡਾ ਇੱਕ ਇਨਫੋਰਮੇਸ਼ਨ ਫਾਊਂਡੇਸ਼ਨ ਬਣਦਾ ਪਿਆ ਉਸ ਪਰਟੀਕੂਲਰ ਕੰਟਰੀ ਦੇ ਨਾਲ। ਫਿਰ ਚਾਹੇ ਉਹ ਟੂਰਿਸਟ ਵੀਜ਼ਾ ਹੈਗਾ, ਫਿਰ ਚਾਹੇ ਉਹ ਤੁਹਾਡਾ ਸਟੂਡੈਂਟ ਵੀਜ਼ਾ ਹੈ,
इट नीड्स टू हैव दैट काइंड ऑफ इन्फॉर्मेशन ताकि तुसी उन्होंने फाउंडेशन बना के अगे जिंदगी प्लान कर सको इन कैनेडा. So this is the answer, my friend. Okay, second question, again very interesting. Does SOP really matter in visa application? Well, two things SOP ਦੇ ਬਾਰੇ which ਨੂੰ ਇੱਕ news ਆਂਦੀ ਸੀਗੀ that artificial intelligence is in play with Canadian consulate ਜਿਹਦੇ ਬੇਸ ਦੇ ਉੱਤੇ ਤੁਹਾਡਾ ਡਿਸੀਜਨ ਦਿੱਤੇ ਜਾਂਦੇ ਨੇ. It's called Chinook. Chinook ਦਾ ਮੋਡ ਆਫ ਆਪਰੇਸ਼ਨ ਕਿਵੇਂ ਹੁੰਦਾ ਸੀ, ਜੋ ਤੁਸੀਂ ਫਾਰਮ ਦੇ ਵਿੱਚ ਭਰਦੇ ਪਏ ਹੋ ਉਹ ਐਕਸਲ 'ਚ ਇੰਪੋਰਟ ਹੋ ਕੇ ਸਾਰੀ ਐਪਲੀਕੇਸ਼ਨ ਆ ਜਾਂਦੀ ਸੀ ਵੀਜ਼ਾ ਆਫਿਸਰ ਕੋਲ, ਐਂਡ ਬੇਸਿਸ ਔਨ ਸਮ ਪਰਮੂਟੇਸ਼ਨ ਐਂਡ ਕੰਬੀਨੇਸ਼ਨ ਆਟੋ ਡਿਸੀਜਨ ਹੋ ਜਾਂਦਾ ਸੀਗਾ ਤੁਹਾਡੀ ਐਪਲੀਕੇਸ਼ਨ ਦੇ ਉੱਤੇ. ਇਫ ਦਿਸ ਇਜ਼ ਦਾ ਕੇਸ, ਜੇ ਆਟੋ ਡਿਸੀਜਨ ਹੈ, I am afraid there is no SOP consideration in between, whereas if human intervention is there, SOP certainly makes a difference. Understand करो, जे तुसी SGS की चेकलिस्ट देखोगे, if you see SGS checklist के मुताबिक तुसी सिर्फ GIC, तुसी education documentation which is highest qualification, IELTS, 1 year the fee receipt and income document highly recommended but not must. जिस तरफ एने ही कागज दिने हो प्लस LOA ऑब्वियसली ਜਿਹੜੇ ਕੋਰਸ ਤੇ ਤੁਸੀਂ ਜਾਣੇ ਪਏ ਹੋ, ਜੇ ਤੁਸੀਂ ਐਨੇ ਹੀ ਪੇਪਰ ਦੇਣੇ ਹੈ ਤਾਂ ਵੀਜ਼ਾ 100 ਚੋਂ 100 ਬੰਦਿਆਂ ਦਾ ਆਵੇ. whereas visa success rate is approximately 70%. 30% rejection is still there in the market. SOP is one mechanism or tool which is provided by the visa officer, by the student to the visa officer, ताकि वो अपना कंटेंट जिहड़ा है जिहदे बेस दे उत्ते ओहदी इंटेंशन की है वो कोर्स करन दी एंड वो कोर्स दा फ्यूचर की देखदा पिया हैगा, दैट इज़ वन टूल दैट स्टूडेंट्स हैव ताकि वो वीज़ा ऑफिसर नूं समझा सकन. हाँ, हुण ओहदे विच कई क्वेश्चन मैनूं ये भी आंदे ने, फिर कोर्स मैटर क्यों करदा है? जे मैं कहां अज मैं उत्थे जाके कुकरी करनी है, आई वॉन्ट टू बी ए शेफ, तो मैं चाहे नॉन मैडिकल बैकग्राउंड का है चाहे मैडिकल बैकग्राउंड का हैगा, ਤਾਂ ਉਹਦੇ ਵਿੱਚ SOP ਦੇ ਵਿੱਚ ਐਕਸਪਲੇਨ ਕਰਕੇ ਮੈਂ ਕਿਉਂ ਨਹੀਂ ਦੇ ਸਕਦਾ? ਵੈਲ, ਉਹਦਾ ਬੜਾ ਸਿੰਪਲ ਆਨਸਰ ਹੈ. ਜਿਹੜੇ ਸਟੂਡੈਂਟ ਜਾਂਦੇ ਨੇ ਉਹ ਜੋ ਜਿਸ ਤਰੀਕੇ ਨਾਲ ਆਪਣੀ ਲਾਈਫ ਲੀਡ ਕਰਦੇ ਨੇ ਉਸ ਪਰਟੀਕੁਲਰ ਵੇ ਤੋਂ ਸਮਝ ਕੇ ਹੀ ਹਾਈ ਕਮਿਸ਼ਨ ਆਪਣੇ ਰੈਗੂਲੇਸ਼ਨ ਉੱਪਰ ਨੀਚੇ ਕਰਦੀ ਹੈ ਹਮੇਸ਼ਾ. ਆਸਟ੍ਰੇਲੀਆ 'ਚ ਉਹਨੂੰ GT ਕਹਿ ਦਈਏ, UK ਦੇ ਵਿੱਚ GSR ਕਹਿ ਦਈਏ, ਇੱਥੇ ਪਰਪਸ ਆਫ ਵਿਜ਼ਿਟ ਕਹਿ ਦਈਏ, ਤੇ ਬਹੁਤ ਸਾਰੇ ਫੈਕਟਰਸ ਹੁੰਦੇ ਨੇ ਜਿਹੜੇ ਇੱਕ ਤੁਹਾਡੀ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਨੂੰ assess करते हैं, जज करते हैं. तो बेसिकली उन्होंने लैन वास्ते you need to understand your profile first. Second step is जेडे सब्जेक्टां नूं तुसीं आधार लैके चलते पे हो ਉਹਦੇ बेस ਦੇ ਉੱਤੇ ਤੁਹਾਨੂੰ ਅੱਗੇ ਕਿਹੜਾ कोर्स मिल सकता हैगा. Course selection is the only ultimate thing that needs to make the difference. Just a second. Sorry, got some important call. So that is one thing which is important in the whole scenario. So course selection and SOP, on which basis you have to give the course selection a perfect landing into the visa officer mind. That is important. So the third question, which was a very interesting question, that they asked, what things do we need to take care at the time of visa submission? Well, at the time of visa's application submission, you have to be very truthful with whichever information you are providing to the High Commission, and don't assume that High Commission ਤੁਹਾਡੇ ਤੋਂ ਕਾਗਜ਼ ਮੰਗ ਲਏਗਾ ਜੇ ਉਹਨੂੰ ਲੋੜ ਹੈਗੀ ਹੈ. They are under no obligation ਤੁਹਾਡੇ ਤੋਂ ਕਾਗਜ਼ ਮੰਗਣ ਦੀ. They can make their decision on the information provided by you in the visa file. That's all. ਤਾਂ ਇਹ ਤੁਹਾਡੀ ਰਿਸਪੌਂਸਿਬਿਲਿਟੀ ਹੈ ਜਿੰਨਾ ਵੀਜ਼ਾ ਆਫਿਸਰ ਲਈ ਇਨਫੋਰਮੇਸ਼ਨ ਦੇ ਸਕਦੇ ਹੈਗੇ ਹੋ. And regarding your visa application, चाहे वो SOP है चाहे वो इनकम के पेपर्स हैं which are not mandate, but normally देखा गया once application is refused, people supply all those documentation in application number 2, because that is actually telling the visa officer भी yes we are strong footed ਇੱਥੇ ਇੰਡੀਆ ਦੇ ਵਿੱਚ ਸਾਡਾ ਫਾਊਂਡੇਸ਼ਨ ਬਹੁਤ ਵਧੀਆ ਹੈ, ਪ੍ਰਾਪਰਟੀਆਂ ਹੈਗੀਆਂ, ਚੰਗੀ ਆਮਦਨ ਹੈਗੀ ਹੈ, ਐਂਡ ਸਾਡੇ ਕੋਲ ਵਾਪਸ ਆਉਣ ਦਾ ਇੱਕ ਸੁਨਹਿਰੀ ਮੌਕਾ ਹੈਗਾ to look after our parents or our properties or whichever thing. ਤਾਂ ਇਹ ਅਜ਼ੰਪਸ਼ਨ ਨਾ ਲੈ ਕੇ ਚੱਲੋ that ਪਹਿਲੀ ਐਪਲੀਕੇਸ਼ਨ 'ਚ ਮੈਂ ਇੰਨਾ ਹੀ ਲੈਣਾ, ਹਾਂਜੀ ਉਹ ਮੰਗਦੇ ਇੰਨਾ ਹੈ
बट की ये तुहानू रोकता है ओवर इन्फॉर्मेशन या ओवर डॉक्यूमेंटेशन देन तो? If those documentation are working in your favor, why not provide them maximum documentation which you can अपने visa का success लेने वास्ते. Next question is, I have done my 12th in commerce and my score is below 50 in accounts and business studies. My IELTS is 6.5, not less than 6.0. I got rejected from the embassy in the business journal diploma. Did I choose the wrong course? ਵੈਲ ਇਹ ਅੱਧਾ ਕੁਐਸਚਨ ਹੈਗਾ, ਜੇ ਤੁਸੀਂ ਮੈਨੂੰ ਇੱਥੇ ਲਿਖ ਦਿੰਦੇ ਰਿਜੈਕਸ਼ਨ ਦਾ ਰੀਜ਼ਨ ਕੀ ਹੈ, 2161 2161B 220A 220B your proposed program, whichever the way of rejection ਜਿਹੜਾ ਆਫਰ ਲੈਟਰ ਤੇ ਰਿਜੈਕਸ਼ਨ ਲੈਟਰ ਤੇ ਲਿਖੇ ਹੁੰਦੇ ਨੇ, ਉੱਥੋਂ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਚੀਜ਼ ਚੱਲ ਜਾਂਦੀ ਹੈਗੀ ਹੈ. ਯੂ ਨੋ ਇਟ ਵਰਕਸ ਇਨ ਅ ਵੇ ਦੈਟ ਤੁਹਾਡਾ ਕੋਰਸ ਦਾ ਫਾਊਂਡੇਸ਼ਨ ਕੀ ਹੈਗਾ, ਜਿਹੜਾ ਫਾਊਂਡੇਸ਼ਨ ਤੁਹਾਡਾ ਹੈਗਾ ਦੈਟ ਇਜ਼ ਸਮਥਿੰਗ ਉਸ ਦੇ ਬੇਸ ਤੇ ਤੁਹਾਡਾ ਵੀਜ਼ਾ ਟਿਕਿਆ ਹੋਇਆ ਹੈਗਾ. ਸੋ ਨਾ ਆਲ ਦੋਸ ਥਿੰਗ ਮੈਟਰਸ ਜਿਹੜੀ ਕਿ ਤੁਹਾਨੂੰ ਇੱਕ ਐਪਲੀਕੇਸ਼ਨ ਸਕਸੈਸਫੁਲ ਕਰਨ ਲਈ ਮਾਇਨੇ ਰੱਖਦੀਆਂ ਨੇ. ਕੋਰਸ ਸਭ ਤੋਂ ਵੱਡਾ ਹੈਗਾ ਤੇ ਉਹਦਾ ਫਾਰਮੂਲਾ ਪਤਾ ਕੀ ਹੈ, ਵਿਚ ਆਈ ਨਾਰਮਲੀ ਯੂਜ਼ ਫॉर ਮਾਈ ਐਪਲੀਕੈਂਟਸ. ਜੋ ਕੀਤਾ ਲੈਫਟ ਸਾਈਡ, ਜੋ ਕਰਨ ਜਾ ਰਹੇ ਹੋ ਉਹਦਾ ਕਰਿਕੂਲਮ ਰਾਈਟ ਸਾਈਡ, ਕੰਪੇਅਰ ਔਰ ਕੰਬੀਨੇਸ਼ਨ ਕੰਬੀਨੇਸ਼ਨ ਲਾ ਕੇ ਦੇਖੋ ਅਕੋਰਡਿੰਗ ਟੂ ਪਰਸੈਂਟੇਜ, ਅਕੋਰਡਿੰਗ ਟੂ ਕ੍ਰੈਡਿਟ, ਅਕੋਰਡਿੰਗ ਟੂ ਉਹਦੇ ਪਰਟੀਕੂਲਰ ਕੋਰਸ ਦੇ ਵਿੱਚ ਮਾਈਕਰੋ ਸਪੈਸ਼ਲਾਈਜ਼ ਕੋਰਸ ਕਿਹੜਾ ਅਵੇਲੇਬਲ ਹੈ ਸਟੇਜ 2 ਦੇ ਉੱਤੇ. ਦੈਟ ਮੀਨ ਜਿਹਨੇ ਕੋਲ ਡਿਗਰੀ ਵੀ ਪੂਰੀ ਕਰਨੀ ਹੈ ਕਿ ਉਹਦੇ ਮਾਈਕਰੋ ਸਪੈਸ਼ਲਾਈਜ਼ਡ ਪ੍ਰੋਗਰਾਮ ਅਵੇਲੇਬਲ ਹੈਗਾ. ਔਨ ਦੋਜ਼ ਫੈਕਟਰਸ ਯੂ ਕੈਨ ਮੇਕ ਅ ਡਿਸੀਜਨ ਕਿ ਇਹ ਤੁਹਾਡਾ ਕੋਰਸ ਤੁਹਾਡੇ ਵਾਸਤੇ ਠੀਕ ਹੈ ਜਾਂ ਨਹੀਂ ਠੀਕ ਹੈਗਾ. ਐਂਡ ਉੱਥੋਂ ਆਪਣੇ ਆਵਾਜ਼ ਆ ਜਾਊਗੀ ਅੰਦਰੋਂ ਮੈਨੂੰ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ. ਓਕੇ, ਮਾਈ PT score is 54. Can I apply for Canada student visa? For a student Canada student visa with these scores, or should I appear for the IELTS exam first? See, SGS will give you more strength to the application ਜੇ ਤੁਸੀਂ IELTS ਦੇ ਨਾਲ ਲਾਣੇ ਹੈਗੇ ਹੋ. IELTS 6.0 not less than 6.0 has more visa success rate than PT. PT ਦਾ ਹਮੇਸ਼ਾ ਤੋਂ ਇੱਕ ਪ੍ਰੋਬਲਮ ਰਹੀ ਹੈਗੀ ਹੈ ਬੈਂਡ. ਉਹ ਕਹਿੰਦੇ ਆ 50 ਤੋਂ 56 ਫॉर ਐਗਜ਼ਾਮਪਲ 6 ਬੈਂਡ ਨੇ. ਹੁਣ ਤੁਸੀਂ 50 ਨੂੰ 6 ਮੰਨ ਕੇ ਚੱਲੇ ਹੋ, ਹਾਈ ਕਮਿਸ਼ਨ ਸ਼ਾਇਦ 56 ਨੂੰ 6 ਮੰਨਦੀ ਹੋਵੇ. ਤਾਂ PT ਹਮੇਸ਼ਾ ਇਨ ਕੁਐਸਚਨ ਰਹੀ ਹੈਗੀ ਹੈ regarding authentication or regarding the actual purpose ਜਿਹੜਾ ਬੱਚਾ ਦਿੰਦਾ ਹੈਗਾ. ਪਿੱਛੇ ਨੂੰ ਇੱਕ ਈਮੇਲ ਵੀ ਲੀਕ ਹੋਈ ਸੀਗੀ ਜਿੱਥੇ ਕਿ ਇੱਕ ਪਾਰਟਿਕੂਲਰ ਹਾਈ ਕਮਿਸ਼ਨ ਦੇ ਕਾਉਂਸਲ ਨੇ ਆਪਣੇ IRCC ਨੂੰ ਮੇਲ ਲਿਖਿਆ ਸੀ ਦੈਟ ਤੁਸੀਂ ਆ PT ਲੈਣਾ ਬੰਦ ਕਰ ਦਿਓ ਤਾਂ ਕਿ ਅਸੀਂ ਉਸ ਤੋਂ PT ਦੇ ਜਿਹੜੇ ਬੱਚੇ ਆਉਂਦੇ ਨੇ ਉਹ ਕਿਤੇ ਨਾ ਕਿਤੇ IELTS ਦੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਕੰਬੀਨੇਸ਼ਨ ਬੈਠਦਾ ਨਹੀਂ ਹੈ, ਕਿਉਂਕਿ ਜੇ IELTS 5.5 ਹੈ PT 'ਚੋਂ 54 ਲਿਆਉਂਦੇ ਨੇ. ਸੋ ਵੀ ਡੋਂਟ ਨੋ ਵਾਟ ਟੂ ਬਿਲੀਵ. ਬਟ ਦ ਆਂਸਰ ਟੂ ਯੂਰ ਕੁਐਸਚਨ ਇਜ਼ ਜੇ IELTS ਕਰ ਲੈਂਦੇ ਹੋ ਇਟ ਵਿਲ ਗਿਵ ਯੂ ਗੁੱਡ ਚਾਂਸਸ ਆਫ ਦ ਵੀਜ਼ਾ. Then the next question is, I am a B.Ed student and have 4 years of teaching experience. I applied for my student visa in an education assistant diploma but got rejected for January 23 intake. It was a UG diploma. Is this the reason for rejection? Please suggest some advice. My IELTS score is 7.5, not less than 6.0. Well, problem ਕੀ ਹੈ ਇੱਥੇ ਹਰਪ੍ਰੀਤ ਜੀ, ਜਦ ਅਸੀਂ ਇੱਕ ਐਪਲੀਕੇਸ਼ਨ ਲੈਣੇ ਹੈਗੇ ਆ ਜਾਂ ਆਪਣੇ ਬਾਹਰ ਜਾਣ ਦੀ ਗੱਲ ਕਰਦੇ ਹਾਂ, we only think what I have done and we think what we can do. ਅਸੀਂ ਉਹ word ਲੱਭਦੇ ਹਾਂ education, bachelor of education, education assistant program, that's it. ਪਰ bachelor of education ਜੇ ਤੁਸੀਂ ਦੇਖੋਗੇ ਆਪਣੀ ਮਾਰਕਸ਼ੀਟਾਂ ਖੋਲ ਕੇ, there are teaching 1, teaching 2 subjects in that. ਉਸ ਤੋਂ ਬਾਅਦ ਤੁਹਾਡਾ 4 ਸਾਲ ਦਾ ਐਕਸਪੀਰੀਅੰਸ ਕਿਸ ਪਾਰਟਿਕੂਲਰ ਕਲਾਸਿਸ ਨੂੰ ਪੜ੍ਹਾਉਣ 'ਚ ਲੱਗਿਆ. ਯੂ ਨੋ ਛੋਟੀਆਂ ਕਲਾਸਾਂ ਸੀਗੀਆਂ, ਸੈਕੰਡਰੀ ਲੈਵਲ ਦੀਆਂ ਕਲਾਸਾਂ ਸੀਗੀਆਂ, ਆਲ ਸਬਜੈਕਟ ਸੀਗੇ ਕਿ ਡੈਡੀਕੇਟਿਡ ਸਬਜੈਕਟ ਸੀਗੇ, ਬਹੁਤ ਸਾਰੀ ਚੀਜ਼ਾਂ ਮੈਟਰ ਕਰਦੀਆਂ. ਮੇਰੇ ਅਕੋਰਡਿੰਗਲੀ ਆਹ ਡਿਪਲੋਮਾ ਤੁਹਾਡਾ ਤੁਸੀਂ ਓਵਰ ਕੁਆਲੀਫਾਈਡ ਹੋ, ਤੁਹਾਡਾ ਕੋਰਸ ਰਿਡੰਡੈਂਟ ਹੈ. ਦੈਟ ਮੀਨ ਤੁਹਾਨੂੰ ਉਹ ਕੋਰਸ ਕਰਨ ਦੀ ਲੋੜ ਨਹੀਂ ਹੈਗੀ ਟੂ ਗਰੋ ਅਪ ਇਨ ਦਾ ਲਾਈਫ. ਦੈਟ ਵਿਲ ਟੇਕ ਯੋਰ ਥਿੰਗ ਆਊਟ ਆਫ ਯੋਰ ਸਿਸਟਮ. ਤੇ ਉਹਨੇ ਰਿਜੈਕਸ਼ਨ ਸਹੀ ਕੀਤਾ ਹੈਗਾ. ਇਫ ਯੂ ਆਸਕ ਮੀ, ਯੂ ਕੁਡ ਹੈਵ ਗੋਨ ਟੂ ਏ ਕੋਰਸ ਜਿੱਥੇ ਕਿ ਅਪਗ੍ਰੇਡੇਸ਼ਨ ਆਉਂਦੀ. ਇਟ ਕੈਨ ਬੀ ਮਾਸਟਰਸ ਆਫ ਐਜੂਕੇਸ਼ਨ, ਮਾਸਟਰਸ ਆਫ ਟੀਚਿੰਗ, ਮਾਸਟਰਸ ਆਫ ਲੀਡਰਸ਼ਿਪ, ਔਰ ਬਹੁਤ ਸਾਰੇ ਕੋਰਸਿਸ ਹੈਗੇ ਨੇ ਮਾਸਟਰਸ ਲੈਵਲ ਦੇ ਉੱਤੇ. ਇੱਥੇ ਇੱਕ ਹੋਰ ਤੁਹਾਡਾ ਕੇਸ I'll share it with you. ਬਹੁਤ ਦੇਰ ਪਹਿਲਾਂ ਲਾਸਟ ਈਅਰ ਆਈ ਮੈਟ ਏ ਜੈਂਟਲਮੈਨ ਜਿਹੜੇ B.Ed ਤੋਂ ਬਾਅਦ ਆਪਣਾ ਕਾਰੋਬਾਰ ਕਰਦੇ ਪਏ ਸੀਗੇ. 8 ਤੋਂ 10 ਸਾਲ ਦਾ ਉਹਨਾਂ ਦਾ ਟਿਊਸ਼ਨ ਸੈਂਟਰਸ ਦਾ ਐਕਸਪੀਰੀਅੰਸ ਸੀਗਾ, ਪ੍ਰੋਪਰਲੀ ਡਾਕੂਮੈਂਟਡ. ਉਹ ਮਾਸਟਰਸ ਆਫ ਐਜੂਕੇਸ਼ਨ ਵਾਸਤੇ ਜਾਣ ਲੱਗੇ ਤੇ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ.
and he came to see me with the thing, मेरे तो progression सही सीगा. I said no, ਤੁਸੀਂ ਆਪਣਾ ਕਾਰੋਬਾਰ ਕਰਦੇ ਪਏ ਹੋ, you are a teacher but a businessman also. You should have gone with the program entrepreneurship or something related to business. Be yes, I have a skill, I can teach. ਇੱਕ ਟੀਚਿੰਗ ਨੂੰ ਅੱਜ ਮੈਂ 50 ਕਲਾਸਿਸ ਜਾਂ 100 ਬੱਚਿਆਂ ਦੇ ਨਾਲ ਪੜ੍ਹਾਉਣਾ, ਮੈਂ ਇਹਨੂੰ ਸਕੇਲ ਅਪ ਕਰਨਾ ਹੈ. I need to have that kind of knowledge and information in my head. ਮੈਂ ਇਹਨੂੰ ਉੱਪਰ scalability ਤੇ ਕਿਵੇਂ ਲੈ ਕੇ ਜਾਵਾਂ. That should be the course, and we did that course in Thomson River University and the visa got through. See, qualification and experience. मैं जब last time ਆਪਾਂ Facebook live ਤੇ ਮਿਲੇ ਸੀ, I gave you certain mechanism how to choose a program. ਉਹਨੂੰ ਫੜ ਕੇ ਰੱਖੋਗੇ, chances of visa will be much higher. Then we have SGS में fund दिखाना क्या important factor है. गुरजिंदर जी, it is not important, but as I said, जिन्नी information ਤੁਸੀਂ ਹਾਈ ਕਮਿਸ਼ਨ ਨੂੰ ਦੇ ਦੋਗੇ regarding your circumstances in India, that will lead high commissioner or visa officer to the next level of thought process. ਇਹ ਤੁਹਾਡੀ ਜ਼ਿੰਮੇਵਾਰੀ ਹੈ ਵੀਜ਼ਾ ਆਫਿਸਰ ਨੂੰ ਇਨਫੋਰਮੇਸ਼ਨ ਦੇਣਾ ਤਾਂ ਕਿ ਉਹ ਆਪਣਾ ਡਿਸੀਜਨ ਸਹੀ ਤਰੀਕੇ ਨਾਲ ਬਣਾ ਸਕੇ. ਕਈ ਵਾਰ ਹੁੰਦਾ ਪਹਿਲੀ ਐਪਲੀਕੇਸ਼ਨ ਚ ਲਾਇਆ ਨਹੀਂ, ਦੂਜੀ ਐਪਲੀਕੇਸ਼ਨ ਚ ਰਿਜੈਕਸ਼ਨ ਤੋਂ ਬਾਅਦ ਐਫਡੀਆਂ ਵੀ ਨਿਕਲ ਜਾਂਦੀਆਂ, ਸੇਵਿੰਗ ਖਾਤੇ ਵੀ ਨਿਕਲ ਜਾਂਦੇ ਨੇ, ਉਦੋਂ ਵੀ ਐਸਜੀਐਸ ਦੀ ਚੈੱਕਲਿਸਟ ਹੀ ਦਿੰਦੀ, ਚੈੱਕਲਿਸਟ ਨਹੀਂ ਬਦਲਦੀ, ਬਟ ਉਹ ਆਪਾਂ ਕੱਢਦੇ ਹੈਗੇ ਆ ਜਦ ਮੇਰਾ ਵੀਜ਼ਾ ਰਿਜੈਕਸ਼ਨ ਆ ਜਾਂਦਾ. ਟੂ ਅਵੋਇਡ ਦੈਟ, ਪੁੱਟ ਦੈਟ ਇਨ ਅ ਫਰਸਟ ਗੋ. ਪਹਿਲੀ ਗੋ ਦੇ ਵਿੱਚ ਆਪਣਾ ਐਪਲੀਕੇਸ਼ਨ ਨੂੰ ਹਰ ਤਰੀਕੇ ਨਾਲ ਪੂਰਾ ਕਰੋ. ਦੈਟ ਇਜ਼ ਇੰਪੋਰਟੈਂਟ. Okay, then I'll take the next question, which is there with me. I'm having 15 years of experience in marketing and my qualification is BA. Can I still go for student visa in Canada, and which course should I opt? पहला सवाल तो मेरा ये रहेगा जी, 15 साल की पढ़ाई तो बाद तुसी BA तो बाद कीते तो इमिग्रेशन वास्ते क्यों नहीं अप्लाई कर दे? जे तुहाडे 8777 नहीं आ पा रहे हैं and you are trying to choose student visa route to overcome it, ताकि मैं उत्थे पहुंच के देखा करना की है. ਜੇ ਤੁਹਾਨੂੰ ਪਤਾ ਲੱਗ ਰਿਹਾ, ਮੈਨੂੰ ਪਤਾ ਲੱਗ ਰਿਹਾ, ਤਾਂ ਵੀਜ਼ਾ ਆਫਿਸਰ ਨੂੰ ਵੀ ਪਤਾ ਲੱਗੇਗਾ. he will be able to take this thing very straightforward. Okay, this is the reason he is not going for an express entry, ਜਿੱਦਾਂ ਕਿ ਇਮੀਗ੍ਰੇਸ਼ਨ ਆਪਸ਼ਨ ਅਵੇਲੇਬਲ ਹੈਗੀ ਹੈ, ਪਲੱਸ ਕਿ ਇਹਨੂੰ 15 ਸਾਲ ਦੀ ਐਕਸਪੀਰੀਅੰਸ ਤੋਂ ਬਾਅਦ ਹੁਣ ਜਿਹੜਾ ਉਹ ਕੋਰਸ ਕਰਨ ਜਾ ਰਿਹਾ ਹੈ ਉਦੋਂ ਐਕਚੁਅਲ ਜੋ ਉਹਦੀ ਲੋੜ ਹੈਗੀ ਹੈ. ਵਾਈ ਡੂ ਵੀ ਸਟੱਡੀ? ਆਪਾਂ ਪੜ੍ਹਦੇ ਹੈਗੇ ਆ ਚੰਗੀ ਨੌਕਰੀ ਵਾਸਤੇ, 4 ਪੈਸੇ ਕਮਾਉਣ ਵਾਸਤੇ. ਹੁਣ ਜੇ ਮੈਂ ਐਕਸਪੀਰੀਅੰਸ ਦੇ ਵਿੱਚ ਜਦੋਂ 15 ਸਾਲ ਦਾ ਐਕਸਪੀਰੀਅੰਸ ਦਿੱਤਾ, ਉਸ 'ਚ ਮੈਂ ਸਾਰੀ ਪ੍ਰੈਕਟੀਕਲ ਪ੍ਰੋਬਲਮ ਫੇਸ ਕੀਤੀਆਂ ਹੋਣਗੀਆਂ ਤੇ ਜਿਨ੍ਹਾਂ ਨੂੰ ਸੋਲਵ ਕੀਤਾ ਹੋਏਗਾ. ਹੁਣ ਜੇ ਮੈਂ ਸੋਲਵ ਕਰਨਾ ਸਿੱਖ ਹੀ ਗਿਆ, ਉਹਦੇ ਨਾਲ ਮੈਨੂੰ ਡਿਗਰੀ ਦੀ ਕੀ ਲੋੜ ਹੈ? ਸੋ ਟੂ ਮੀ ਆਈ ਵਿਲ ਸੇ no to this profile for a student visa, straightforward. Then the question is, I am BA, BBA, LLB student. Can I go for HRM PG course? Certainly yes, you can go for HRM program. No challenge in that. ਤੁਹਾਡੀ ਪ੍ਰੋਫਾਈਲ ਨੈਚੁਰਲ ਇਨਕਲਿਨੇਸ਼ਨ ਹੈਗੀ ਉਹਦੇ ਵਾਲੇ ਪਾਸੇ. However, only thing you haven't mentioned and which I am assuming, ਤੁਹਾਡਾ ਐਕਸਪੀਰੀਅੰਸ ਨਹੀਂ ਹੈਗਾ. ਹੁਣ ਜੇ ਐਕਸਪੀਰੀਅੰਸ ਕੁਝ ਹੋਰ ਹੁੰਦਾ ਤਾਂ ਵੀ ਕੁਡ, ਔਰ ਕਿੰਨੇ ਟਾਈਮ ਦਾ ਹੁੰਦਾ, ਉਹ ਤੁਹਾਡਾ ਡਿਸੀਜਨ ਜਿਹੜਾ ਹੈ ਕੋਰਸ ਸਿਲੈਕਸ਼ਨ ਦਾ ਪਲਟ ਸਕਦਾ ਸੀਗਾ ਜਾਂ ਬਦਲ ਸਕਦਾ ਸੀਗਾ. Then is, I have passed my class 12th in art stream and after did diploma in plumbing. Got 6.5, not less than 6.0. Which course is more suitable for me? My preference is Vancouver. Well, पहला क्वेश्चन तो मैं ये पूछांगा, ਤੁਹਾਨੂੰ ITI डिप्लोमा ਕਰਨ ਦਾ ਖਿਆਲ ਕਿੱਥੋਂ ਆਇਆ ਆਫਟਰ ਡੂਇੰਗ ਯਰ ਕਲਾਸ 12th? ਉਹਦੇ ਪਿੱਛੇ ਕੋਈ ਨਾ ਕੋਈ ਡਰਾਈਵ ਤਾਂ ਹੋਣਾ ਹੀ ਹੈ ਨਾ, ਉਹਦੇ ਪਿੱਛੇ ਕੋਈ ਨਾ ਕੋਈ ਇੱਕ ਮੋਟਿਵ ਹੋਣਾ ਹੈ, ਜਾਂ ਕਿਸੇ ਨੇ ਕਿਹਾ ਹੋਣਾ ਹੈ, ਜਾਂ ਤੁਹਾਡਾ ਆਪਣਾ ਇੰਟਰਸਟ ਤਾਂ ਮੈਨੂੰ ਲੱਗਦਾ ਨਹੀਂ ਅੱਜ ਦੀ ਡੇਟ 'ਚ ਕੋਈ ਕਿਸੇ ਦਾ ITI ਦੇ ਵਿੱਚ ਕੋਈ ਇੰਟਰਸਟ ਬਣਦਾ ਵੀ ਹੈਗਾ. ਜਿਹੜੇ ਡਿਪਲੋਮਾ ਹੁੰਦੇ ਨੇ ਕਿਤੇ ਨਾ ਕਿਤੇ ਤੁਹਾਡੀ ਪ੍ਰੋਫਾਈਲ ਨੂੰ ਉੱਪਰ ਥੱਲੇ ਕਰ ਦਿੰਦੇ ਨੇ, ਬਿਕੋਜ਼ ਤੁਸੀਂ ਆਪ ਹੀ ਉਹਨਾਂ ਨੂੰ ਕਹਿੰਦੇ ਪਏ ਹੋ ਸਾਡਾ ਫੋਕਸ ਨਹੀਂ ਹੈਗਾ. ਵੇਅਰਐਜ਼ ਟੂ ਆਨਸਰ ਯਰ ਕੁਐਸਚਨ, ਜੇ +2 ਦੇ ਬੇਸ ਦੇ ਉੱਤੇ ਤੁਸੀਂ ਜੇ ਹੁਣ ਰੀਸੈਂਟਲੀ ਹੈਗੀਆਂ ITI ਵਿੱਚ ਫਿਟ ਕੀਤਾ ਹੋਇਆ, ਯੂ ਕੈਨ ਗੋ ਫॉर ਅ ਗੁੱਡ ਪ੍ਰੋਗਰਾਮ, ਬਟ SOP ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਨਾ ਪਏਗਾ. ਵਟ ਵਾਜ਼ ਦਾ ਰੀਜ਼ਨ ਤੁਹਾਡੇ 12ਵੀਂ ਤੋਂ ਬਾਅਦ ITI ਵਾਲੇ ਪਾਸੇ ਜਾਣ ਲਈ, ਐਂਡ ਨਾਓ ਵਟ ਇਜ਼ ਦਾ ਰੀਜ਼ਨ ਤੁਸੀਂ ਵਾਪਸ ਘੁਮਾ ਕੇ ਆਪਣੇ ਆਪ ਨੂੰ ਉੱਧਰ ਲੈ ਕੇ ਆਨੇ ਪਏ ਹੋ ਟੂਵਰਡਸ ਦਾ qualification that you want to take. So these were certain questions. One more, how much money do I require
for my proof of funds as a study visa applicant I am going for a UG diploma. Well, UG diploma ਲਈ ਤੁਹਾਨੂੰ 1 ਸਾਲ ਦੀ ਫੀਸ ਤਾਂ ਦੇਣੀ ਪੈਂਦੀ ਹੈ, 1 ਸਾਲ ਦਾ GIC ਦੇਣਾ ਪੈਂਦਾ ਹੈ, ਅਪਰੋਕਸੀਮੇਟਲੀ 10,200 GIC ਹੈ, 18 ਤੋਂ 22,000 ਤੱਕ ਤੁਹਾਡੀ ਫੀਸਾਂ ਆਉਂਦੀਆਂ ਨੇ। ਸੈਕੰਡ ਈਅਰ ਦਾ ਜੇ ਤੁਸੀਂ ਸ਼ੋ ਮਨੀ ਦੀ ਇੱਥੇ ਗੱਲ ਕਰਦੇ ਪਏ ਹੋ, you just have to show them your tuition fee amount which is good। $18,000 7-8 ਲੱਖ ਰੁਪਇਆ ਬਹੁਤ ਹੁੰਦਾ ਹੈਗਾ ਦਿਖਾਉਣ ਵਾਸਤੇ। ਹੁਣ ਉਹ ਦਿਖਾਣਾ ਕਿਵੇਂ ਹੈ? ਆਈਦਰ ਯੂ ਪੁੱਟ ਮਨੀ ਸਿੱਧਾ, ਔਰ ਪੁਰਾਣਾ ਜਿੰਨਾ ਪੁਰਾਣਾ ਉਨੇ ਚਾਂਸਸ ਆਫ ਵੀਜ਼ਾ ਜ਼ਿਆਦਾ ਔਨ ਬੇਸਿਸ ਆਫ ਫਾਈਨੈਂਸ਼ੀਅਲ ਫੈਕਟਰ। ਜਿੱਥੇ ਵੀਜ਼ਾ ਆਫਿਸਰ ਨੂੰ ਇਹ ਸਮੈਲ ਆ ਜਾਵੇ ਜਾਂ ਇਹ ਦਿਖਣਾ ਸ਼ੁਰੂ ਹੋ ਜੇ ਦੈਟ ਕੋਈ ਵੀ ਕਾਗਜ਼ ਜੋ ਫਾਈਲ 'ਚ ਲਾਇਆ ਗਿਆ ਉਹ ਕਿਸੇ ਚੀਜ਼ ਨੂੰ ਫੈਸਿਲਿਟੇਟ ਜਾਂ ਮਿਸਗਾਈਡ ਕਰਨ ਲਈ ਲਾਇਆ ਗਿਆ, he or she will come back to you and get the things done। very important। ਤੁਹਾਡੀ ਫਾਈਲ ਦੀ ਪ੍ਰੈਜੈਂਟੇਸ਼ਨ ਹੀ ਸਾਰਾ ਕੁਝ ਹੈਗੀ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੁਹਾਡੀ ਆਪਣੀ ਕਾਲ ਹੋ ਸਕਦੀ ਹੈ, ਤੁਹਾਡੀ ਆਪਣੀ ਜਲਦਬਾਜ਼ੀ ਹੋ ਸਕਦੀ ਹੈ, ਤੁਹਾਡਾ ਆਪਣਾ ਪ੍ਰੈਸ਼ਰ ਹੋ ਸਕਦਾ ਹੈ। ਤੁਹਾਡੀ ਵੀਜ਼ਾ ਫਾਈਲ ਜਿਹੜਾ ਬੰਦਾ ਕਰਦਾ ਪਿਆ ਹੈ, ਚਾਹੇ ਤੁਸੀਂ ਆਪ ਹੋ, ਪਰਿਵਾਰ ਦੇ ਹੋ, ਕੰਸਲਟੈਂਟ ਹੈ, ਜਿੱਥੇ ਤੁਹਾਡੀ ਫਾਈਲ ਦੇ ਵਿੱਚ ਕਮੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਗਿਵ ਇਟ ਅ ਫੈਂਸੀ ਟਾਈਮ, ਕੀਪ ਇਟ ਵੈਰੀ ਸਿੰਪਲ ਐਂਡ ਯੈਸ, ਉਸ ਤੋਂ ਬਾਅਦ ਤੁਸੀਂ ਆਪਣੇ ਵੀਜ਼ਾ ਤੋਂ ਜਿਹੜੇ ਹੈਗੇ ਚਾਂਸਸ ਵਧਾਉਣੇ ਸ਼ੁਰੂ ਕਰ ਦਿੰਦੇ ਹੋ ਆਪ ਹੀ। ਯੂ ਨੋ ਇਟ ਇਜ਼ ਵੈਰੀ ਡਿਸਹਾਰਟਨਿੰਗ ਟੂ ਸੀ, ਕਈ ਵਾਰ 70-80% ਵਾਲੇ ਬੱਚੇ 6, 7 ਔਰ 8 ਬੈਂਡ ਈਵਨ ਉਹਨਾਂ ਦੇ ਵੀਜ਼ਾ ਰਿਜੈਕਟ ਹੋ ਜਾਂਦੇ ਨੇ ਐਂਡ ਉਹਨਾਂ ਕੋਲ ਕੁਝ ਬਲੇਮ ਕਰਨ ਨੂੰ ਨਹੀਂ ਹੁੰਦਾ। ਪ੍ਰੋਫਾਈਲਾਂ ਸਾਰੀਆਂ ਹੈਗੀਆਂ ਨੇ, GIC ਹੈ, 1 ਸਾਲ ਦੀ ਫੀਸ ਹੈ, ਕੋਰਸ ਵੀ ਸਹੀ ਲੱਗਦਾ ਪਿਆ। स्पेशली और रीजन ऑफ रिफ्यूजल 216 आंदा रहे बार बार, 2161 पर्पस ऑफ विजिट क्लियर नहीं हो रहा, SOP समझाने की कोशिश करी जाने हो, बट इट इज़ नॉट, यू आर अनेबल टू लैंड इट टू द वीज़ा ऑफिसर किवें करना है। इट्स फ्रस्ट्रेटिंग येस, बट उस टाइम पे आई थिंक यू नीड ए गाइड हु कैन एक्चुअली गाइड यू प्रॉपरली विदाउट मेकिंग एनी कॉल, विदाउट मेकिंग एनी अर्जेंसी, क्योंकि वो प्रोफाइलों ਨੂੰ ही एक चंगा थॉट ਤੇ ਚੰਗਾ ਸਟੈਪ ਬਾय ਸਟੈਪ ਗਾਈਡੈਂਸ ਵਿਦ ਡਾਕੂਮੈਂਟੇਸ਼ਨ ਪਲੱਸ ਪ੍ਰੈਜੈਂਟੇਸ਼ਨ ਦੀ ਲੋੜ ਹੈਗੀ ਹੈ। ਤਾਂ ਇਹ ਕੁਝ ਸਵਾਲ ਸੀਗੇ ਜਿਹੜੇ ਸਟੂਡੈਂਟ ਨੇ ਸਾਡੇ ਫੇਸਬੁੱਕ ਤੇ ਪੋਸਟ ਕੀਤੇ ਸੀਗੇ ਐਂਡ ਤੁਹਾਡੇ ਦਿਮਾਗ 'ਚ ਜੇ ਇਹੋ ਜਿਹੇ ਕੁਝ ਸਵਾਲ ਹੈਗੇ ਹੈ ਐਂਡ ਯੂ ਵਾਂਟ ਟੂ ਸੀ ਅਸ ਫੇਸ ਟੂ ਫੇਸ, 16 ਤਰੀਕ ਤੋਂ ਲੈ ਕੇ 20 ਤਰੀਕ ਤੱਕ ਅਸੀਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਐਂਡ ਚੰਡੀਗੜ੍ਹ ਦੇ ਵਿੱਚ ਓਵਰ 25 ਇੰਸਟੀਚਿਊਟਸ ਨਾਲ ਸੈਮੀਨਾਰ ਕਰਦੇ ਪਏ ਹਾਂ, ਜਿੱਥੇ ਤੁਹਾਨੂੰ ਮੌਕਾ ਮਿਲੇਗਾ ਆਪਣੀ ਪ੍ਰੋਫਾਈਲ ਨੂੰ ਡਿਸਕਸ ਕਰਨ ਦਾ ਵਿਦ ਆਲ ਦਾ ਯੂਨੀਵਰਸਿਟੀ ਪੀਪਲ ਐਂਡ ਐਟ ਦ ਸੇਮ ਟਾਈਮ ESS ਦੀ ਵੀਜ਼ਾ ਟੀਮ ਮੌਜੂਦ ਹੋਏਗੀ, ਜਿਨ੍ਹਾਂ ਨਾਲ ਤੁਸੀਂ ਆਪਣੇ ਪ੍ਰੀਵੀਅਸ ਰਿਜੈਕਸ਼ਨ ਇਫ ਐਨੀ ਔਰ ਫਿਊਚਰ ਫਾਈਲਿੰਗ ਪ੍ਰੋਸਪੈਕਟਸ ਡਿਸਕਸ ਕਰ ਸਕਦੇ ਹੋ ਐਂਡ you can apply at the spot for upcoming September 23 intake. So with this note, I Rohit Sethi signing off from ESS Global Facebook page, and I hope to see you very soon on 16th, 17th, 18th or 20th in all these 4 cities. Thank you. All the best.